सत श्री अकाल विद्यार्थियों, मैं गगनदीप कौर, साइंस मिस्टर सरकारी सीनियर सैकेंडरी स्मार्ट स्कूल सैंसरा जिला अमृतसर। ਅੱਜ ਅਸੀਂ बड़े ही एक इंटरस्टिंग टॉपिक ਦੇ ਉੱਪਰ ਗੱਲਬਾਤ ਕਰਾਂਗੇ। 9ਵੀਂ ਕਲਾਸ ਦਾ ਅਸੀਂ ਸਾਇੰਸ ਵਿਸ਼ੇ ਦਾ ਇੱਕ ਪਾਠ ਕਰਨ ਜਾ ਰਹੇ ਹਾਂ। ਸੋ ਵਿਦਿਆਰਥੀਓ, ਇਹ ਕਨਸੈਪਟ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਬਿਕੋਜ਼ ਇਹ ਕੈਮਿਸਟਰੀ ਦਾ ਬੇਸ ਹੈ। ਸੋ ਆਓ ਸ਼ੁਰੂ ਕਰਦੇ ਹਾਂ। ਸਾਡਾ ਟੌਪਿਕ ਹੈ ਸਟਰਕਚਰ ਆਫ ਦਾ ਐਟਮ, ਪਰਮਾਣੂ ਦੀ ਬਣਤਰ। ਵਿਦਿਆਰਥੀਓ, ਪਰਮਾਣੂ ਕੀ ਹੁੰਦਾ ਹੈ? ਅੱਜ ਅਸੀਂ ਇਸ ਦੇ ਬਾਰੇ ਗੱਲ ਕਰਾਂਗੇ। You will come to know about basic concept of atom। ਪਰਮਾਣੂ ਦੇ ਬਾਰੇ ਪੜਾਂਗੇ। ਵੈਲੈਂਸੀ ਕੀ ਹੁੰਦੀ ਹੈ, ਸੰਯੋਜਕਤਾ, ਐਟੋਮਿਕ ਨੰਬਰ ਯਾਨੀ ਪਰਮਾਣੂ ਸੰਖਿਆ, ਮਾਸ ਨੰਬਰ ਯਾਨੀ ਪੁੰਜ ਸੰਖਿਆ, ਆਈਸੋਟੋਪਸ ਐਂਡ ਆਈਸੋਬਾਰਸ ਬਾਰੇ ਵੀ ਅੱਜ ਅਸੀਂ ਗੱਲਬਾਤ ਕਰਾਂਗੇ। ਵਿਦਿਆਰਥੀਓ, ਪਦਾਰਥ ਪਰਮਾਣੂਆਂ ਅਤੇ ਅਣੂਆਂ ਤੋਂ ਮਿਲ ਕੇ ਹੀ ਬਣਿਆ ਹੁੰਦਾ ਹੈ। ਜੋ ਵੀ ਪਦਾਰਥ ਅਸੀਂ ਆਪਣੇ ਆਸ-ਪਾਸ ਦੇਖਦੇ ਹਾਂ ਉਹ ਸਭ ਪਰਮਾਣੂਆਂ ਤੋਂ, ਅਣੂਆਂ ਤੋਂ ਮਿਲ ਕੇ ਹੀ ਬਣੇ ਹੋਏ ਹਨ। ਸੋ ਮੈਟਰ ਇਜ਼ ਮੇਡ ਅਪ ਆਫ ਐਟਮਸ ਐਂਡ ਮੋਲੀਕਿਊਲਸ। ਵਿਦਿਆਰਥੀਓ, ਤੁਸੀਂ ਕਦੇ ਸੋਚਿਆ ਕਿ ਕਿਸੇ ਇੱਕ ਤੱਤ ਦਾ ਪਰਮਾਣੂ ਦੂਜੇ ਤੱਤ ਦੇ ਪਰਮਾਣੂਆਂ ਤੋਂ ਕਿਉਂ ਭਿੰਨ ਹੁੰਦਾ ਹੈ? What is there inside in an atom? ਪਰਮਾਣੂ ਦੇ ਅੰਦਰ ਕੀ ਹੈ? ਇਹੀ ਸਵਾਲ 19ਵੀਂ ਸ਼ਤਾਬਦੀ ਦੇ ਅੰਤ ਵਿੱਚ ਵਿਗਿਆਨਿਕਾਂ ਦੇ ਸਾਹਮਣੇ ਸੀ। ਸੋ ਉਹ ਪਰਮਾਣੂ ਦੀ ਰਚਨਾ ਅਤੇ ਉਸ ਦੇ ਗੁਣਾਂ ਬਾਰੇ ਜਾਣਨਾ ਚਾਹੁੰਦੇ ਸੀ। ਇਸ ਦੇ ਗੁਣਾਂ ਨੂੰ ਜਾਣਨ ਦੇ ਲਈ ਅਲੱਗ-ਅਲੱਗ ਪ੍ਰਯੋਗ ਕੀਤੇ ਗਏ ਤਾਂ ਅਲੱਗ-ਅਲੱਗ ਤੱਥ ਜਿਹੜੇ ਨੇ ਉਹ ਸਾਹਮਣੇ ਆਏ। ਵਿਦਿਆਰਥੀਓ, ਇਸ ਦੇ ਲਈ ਥਾਮਸਨ ਦਾ ਪਰਮਾਣੂ ਮਾਡਲ, ਰਦਰਫੋਰਡ ਦਾ ਮਾਡਲ, ਬੋਹਰਟਸ ਐਟੋਮਿਕ ਮਾਡਲ, ਇਹ ਮਾਡਲ ਜਿਹੜੇ ਨੇ ਉਹ ਪੇਸ਼ ਹੋਏ ਜਿਨ੍ਹਾਂ ਨੇ ਸਾਨੂੰ ਪਰਮਾਣੂ ਦੇ ਅੰਦਰ ਦੀ ਰਚਨਾ ਬਾਰੇ ਅਲੱਗ-ਅਲੱਗ ਤੱਥ ਜਿਹੜੇ ਨੇ ਉਹ ਪੇਸ਼ ਕੀਤੇ। ਵਿਦਿਆਰਥੀਓ, ਹੁਣ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ, ਇਹਨਾਂ ਮਾਡਲਸ ਦੇ ਬਾਰੇ ਤੁਸੀਂ ਭਾਗ ਪਹਿਲੇ ਵਿੱਚ ਪੜ੍ਹਿਆ ਕਿ ਪਰਮਾਣੂ ਪ੍ਰੋਟੋਨ ਐਂਡ ਇਲੈਕਟ੍ਰੋਨ ਤੋਂ ਬਣੇ ਹੁੰਦੇ ਨੇ ਜਿਹੜੇ ਆਪਸ ਵਿੱਚ ਚਾਰਜਾਂ ਨੂੰ ਬੈਲੈਂਸ ਕਰਦੇ ਨੇ ਯਾਨੀ ਸੰਤੁਲਿਤ ਕਰਦੇ ਨੇ। ਸੋ ਪ੍ਰੋਟੋਨ ਕਿੱਥੇ ਹੁੰਦੇ ਨੇ? ਪ੍ਰੋਟੋਨ ਅੰਦਰਲੇ ਭਾਗ ਯਾਨੀ ਕਿ ਨਿਊਕਲੀਅਸ ਦੇ ਵਿੱਚ ਹੁੰਦੇ ਨੇ ਤੇ ਇਲੈਕਟ੍ਰੋਨ ਬਾਹਰ ਹੁੰਦੇ ਨੇ। ਇਸੇ ਕਰਕੇ ਅਸੀਂ ਇਲੈਕਟ੍ਰੋਨ ਨੂੰ ਆਰਾਮ ਨਾਲ ਵਿੱਚੋਂ ਕੱਢ ਸਕਦੇ ਹਾਂ। ਅਗਰ ਪਰਮਾਣੂ ਨੇ ਕੋਈ ਰਿਐਕਸ਼ਨ ਕਰਦਾ ਆ ਤਾਂ ਉਹਦੇ ਵਿੱਚ ਉਹਦੇ ਇਲੈਕਟ੍ਰੋਨ ਟ੍ਰਾਂਸਫਰ ਹੁੰਦੇ ਨੇ, ਕਿਉਂਕਿ ਉਹ ਬਾਹਰ ਹੁੰਦੇ ਨੇ, ਉਹ ਦੂਸਰੇ ਪਰਮਾਣੂ ਨੂੰ ਟ੍ਰਾਂਸਫਰ ਹੋ ਸਕਦੇ ਨੇ। ਜਦਕਿ ਪ੍ਰੋਟੋਨ ਅੰਦਰ ਹੁੰਦੇ ਨੇ, ਇਹਨਾਂ ਦੀ ਟ੍ਰਾਂਸਫਰ ਔਖੀ ਹੁੰਦੀ ਹੈ। ਸੋ ਇਲੈਕਟ੍ਰੋਨ ਨੂੰ ਅਸੀਂ E ਨੈਗੇਟਿਵ ਦੇ ਸਾਈਨ ਦੇ ਨਾਲ, ਪ੍ਰੋਟੋਨ ਨੂੰ ਅਸੀਂ P ਪੋਜ਼ਿਟਿਵ ਅਤੇ ਨਿਊਟਰੋਨ ਨੂੰ ਅਸੀਂ N ਦੇ ਨਾਲ ਜਿਹੜਾ ਆ ਸੰਕੇਤ ਦੇ ਕੇ ਦਰਸਾ ਸਕਦੇ ਹਾਂ। ਸੋ ਨਿਊਟਰੋਨ ਕਿੱਥੇ ਹੁੰਦੇ ਨੇ ਵਿਦਿਆਰਥੀਓ? ਪਰਮਾਣੂਆਂ ਦੇ ਨਾਭਿਕ ਯਾਨੀ ਨਿਊਕਲੀਅਸ ਦੇ ਵਿੱਚ। E ਨੈਗੇਟਿਵ ਇਲੈਕਟ੍ਰੋਨ ਯਾਨੀ ਕਿ ਉਹਦੇ ਤੇ 1 ਨੈਗੇਟਿਵ ਚਾਰਜ ਹੁੰਦਾ ਹੈ। ਪ੍ਰੋਟੋਨ ਪੋਜ਼ਿਟਿਵ ਯਾਨੀ ਕਿ ਇੱਕ ਪੋਜ਼ਿਟਿਵ ਚਾਰਜ ਪ੍ਰੋਟੋਨ ਤੇ ਹੁੰਦਾ ਹੈ ਤੇ ਨਿਊਟਰੋਨ ਤੇ ਅਸੀਂ ਪੋਜ਼ਿਟਿਵ ਨੈਗੇਟਿਵ ਕੁਝ ਨਹੀਂ ਪਾਇਆ ਕਿਉਂਕਿ ਇਹ ਨਿਊਟਰਲ ਹੁੰਦਾ ਹੈ, ਇਹਦੇ ਤੇ ਕੋਈ ਚਾਰਜ ਨਹੀਂ ਹੁੰਦਾ। ਸੋ ਐਟਮ ਇਜ਼ ਮੇਡ ਅਪ ਆਫ ਇਲੈਕਟ੍ਰੋਨਸ, ਪ੍ਰੋਟੋਨਸ ਐਂਡ ਨਿਊਟਰੋਨਸ। ਜੋ ਬਾਹਰ ਗਤੀ ਕਰ ਰਹੇ ਨੇ ਸ਼ੈਲਸ ਦੇ ਵਿੱਚ ਵਿਦਿਆਰਥੀਓ, ਉਹ ਇਲੈਕਟ੍ਰੋਨ ਨੇ। ਇਲੈਕਟ੍ਰੋਨ ਬਾਹਰ ਰੋਟੇਟ ਕਰਦੇ ਨੇ, ਗਤੀ ਕਰਦੇ ਨੇ। ਉਸੇ ਤਰੀਕੇ ਦੇ ਨਾਲ ਅੰਦਰ ਜੋ ਤੁਸੀਂ ਦੇਖ ਰਹੇ ਹੋ ਪੀਲੇ ਤੇ ਨੀਲੇ ਰੰਗ ਦੇ, ਉਹ ਪ੍ਰੋਟੋਨਸ ਤੇ ਨਿਊਟਰੋਨਸ ਨੇ ਜੋ ਕਿ ਐਟਮ ਯਾਨੀ ਪਰਮਾਣੂ ਦੇ ਨਾਭਿਕ ਨਿਊਕਲੀਅਸ ਦੇ ਅੰਦਰ ਹੁੰਦੇ ਨੇ। ਸੋ ਵਿਦਿਆਰਥੀਓ, ਪ੍ਰੋਟੋਨਸ ਐਂਡ ਨਿਊਟਰੋਨਸ ਆਰ ਇਨਸਾਈਡ ਦਾ ਨਿਊਕਲੀਅਸ, ਨਿਊਕਲੀਅਸ ਦੇ ਅੰਦਰ, ਤੇ ਇਲੈਕਟ੍ਰੋਨ ਕਿੱਥੇ ਨੇ? ਬਾਹਰ ਸ਼ੈਲ ਦੇ ਵਿੱਚ ਚੱਕਰ ਲਗਾ ਰਹੇ ਨੇ, ਉਹ ਰਿਵੋਲਵ ਕਰ ਰਹੇ ਨੇ, ਜੋ ਦੇ ਆਰ ਇਲੈਕਟ੍ਰੋਨਸ। ਸੋ ਵਿਦਿਆਰਥੀਓ, ਬੋਹਰ ਅਤੇ ਬਰੀ ਸਕੀਮ ਦੇ ਵਿੱਚ ਸਾਨੂੰ ਉਸਨੇ ਦੱਸਿਆ ਕਿ ਸਾਡੇ ਕੋਲ K ਸ਼ੈਲ, L ਤੇ M ਤੇ N ਸ਼ੈਲ ਹੁੰਦੇ ਨੇ। ਅਗਰ ਅਸੀਂ ਪਹਿਲੇ ਸ਼ੈਲ ਦੀ ਗੱਲ ਕਰੀਏ ਤਾਂ K ਸ਼ੈਲ ਦੇ ਵਿੱਚ ਵੱਧ ਤੋਂ ਵੱਧ 2 ਇਲੈਕਟ੍ਰੋਨ ਆ ਸਕਦੇ ਨੇ। L ਸ਼ੈਲ ਦੇ ਵਿੱਚ ਯਾਨੀ ਦੂਜੇ ਸ਼ੈਲ ਦੇ ਵਿੱਚ ਵੱਧ ਤੋਂ ਵੱਧ 8 ਇਲੈਕਟ੍ਰੋਨ ਆ ਸਕਦੇ ਨੇ। M ਸ਼ੈਲ ਦੇ ਵਿੱਚ ਸਾਡੇ ਕੋਲ 18 ਅਤੇ N ਸ਼ੈਲ ਦੇ ਵਿੱਚ 32 ਇਲੈਕਟ੍ਰੋਨ ਮੈਕਸਿਮਮ ਆ ਸਕਦੇ ਨੇ। ਬਟ ਇਹ ਕਿਸ ਤਰ੍ਹਾਂ ਸਾਨੂੰ ਪਤਾ ਲੱਗਿਆ?
ਇਸ ਦੇ ਲਈ ਉਸਨੇ ਇੱਕ ਸਿਧਾਂਤ ਦਿੱਤਾ ਕਿ ਇਲੈਕਟ੍ਰੋਨਸ ਸ਼ੈਲਸ ਦੇ ਵਿੱਚ ਕਿਸ ਤਰ੍ਹਾਂ ਡਿਸਟ੍ਰੀਬਿਊਟ ਹੁੰਦੇ ਨੇ। ਉਸ ਦੇ ਲਈ ਉਸਨੇ ਇੱਕ ਨਿਯਮ ਦਿੱਤਾ ਜਿਸ ਨੂੰ ਅਸੀਂ 2n ਸਕੁਏਅਰ ਕਹਿੰਦੇ ਹਾਂ। ਇਹ ਫਾਰਮੂਲੇ ਦੇ ਨਾਲ 2n ਸਕੁਏਅਰ, n ਕੀ ਹੈ ਇੱਥੇ ਹੈ n ਸ਼ੈਲ ਨੰਬਰ ਯਾਨੀ ਆਰਬਿਟ ਦੀ ਸੰਖਿਆ ਜਾਂ ਊਰਜਾ ਪੱਧਰ। ਸੋ ਇਸ ਫਾਰਮੂਲੇ ਦੇ ਨਾਲ ਵਿਦਿਆਰਥੀਓ ਅਸੀਂ ਇੱਕ ਸ਼ੈਲ ਦੇ ਵਿੱਚ ਵੱਧ ਤੋਂ ਵੱਧ ਕਿੰਨੇ ਇਲੈਕਟ੍ਰੋਨ ਹੋ ਸਕਦੇ ਨੇ ਉਹ ਅਸੀਂ ਕੈਲਕੂਲੇਟ ਕਰ ਸਕਦੇ ਹਾਂ। ਤੁਸੀਂ ਦੇਖੋ ਤੁਹਾਡੇ ਕੋਲ ਪਹਿਲੇ ਹੀ ਆ ਕੇ ਆਰਬਿਟ ਦੇ ਵਿੱਚ ਕੇ ਨੰਬਰ k ਮਤਲਬ 1, 2 ਗੁਣਾ 1 ਦਾ ਸਕੁਏਅਰ ਕਿੰਨਾ ਆ ਗਿਆ ਵਿਦਿਆਰਥੀਓ 2। ਸੋ ਸਾਡੇ ਕੋਲ ਪਹਿਲੇ ਆਰਬਿਟ ਯਾਨੀ k ਦੇ ਵਿੱਚ 2 ਹੋਣਗੇ। ਇਸੇ ਤਰੀਕੇ ਦੇ ਨਾਲ l ਆਰਬਿਟ, l ਦੇ ਵਿੱਚ ਕਿੰਨੇ ਹੋਣਗੇ ਸਾਡੇ ਕੋਲ, ਹਾਂਜੀ ਸੈਕਿੰਡ 2 ਗੁਣਾ 2 ਦਾ ਸਕੁਏਅਰ, 2 ਉਹਦਾ ਸਕੁਏਅਰ ਕਿੰਨਾ ਹੋ ਗਿਆ 4, 4 ਗੁਣਾ 2 ਕਿੰਨਾ ਹੋ ਗਿਆ 8। ਸੋ ਦੂਜੇ ਆਰਬਿਟ ਦੇ ਵਿੱਚ l ਦੇ ਵਿੱਚ 8, ਤੀਜੇ ਆਰਬਿਟ m ਦੇ ਵਿੱਚ 18 ਅਤੇ ਚੌਥੀ ਆਰਬਿਟ ਯਾਨੀ n ਆਰਬਿਟ ਵਿੱਚ ਸਾਡੇ ਕੋਲ ਵੱਧ ਤੋਂ ਵੱਧ 32 ਇਲੈਕਟ੍ਰੋਨ ਹੋ ਸਕਦੇ ਨੇ। ਸੋ ਇਹ ਬੋਹਰ ਐਂਡ ਬਰੀ ਦਾ ਮੈਂ ਰੂਲ ਇੱਕ ਵਾਰੀ ਤੁਹਾਨੂੰ ਦੁਬਾਰਾ ਰਿਵਿਊ ਕਰਵਾ ਰਹੀ ਹਾਂ ਤਾਂ ਕਿ ਆਉਣ ਵਾਲੇ ਕਨਸੈਪਟ ਤੁਹਾਡੇ ਚੰਗੀ ਤਰ੍ਹਾਂ ਕਲੀਅਰ ਹੋ ਜਾਣ। ਸੋ ਮੈਕਸਿਮਮ देयर कैन बी 8 ਇਲੈਕਟ੍ਰੋਨਸ ਇਨ ਦਾ ਆਊਟਰਮੋਸਟ ਸ਼ੈਲ। ਸੋ ਦੂਸਰਾ ਨਿਯਮ ਉਹਨੇ ਦੱਸਿਆ ਕਿ ਸਾਡੇ ਕੋਲ ਆਊਟਰਮੋਸਟ ਸ਼ੈਲ ਦੇ ਵਿੱਚ ਮੈਕਸਿਮਮ 8 ਇਲੈਕਟ੍ਰੋਨ ਹੋਣੇ ਚਾਹੀਦੇ ਨੇ। ਇਹ ਗੱਲ ਹਮੇਸ਼ਾ ਯਾਦ ਰੱਖਣੀ ਹੈ, ਬਹੁਤ ਇੰਪੋਰਟੈਂਟ ਹੈ ਵਿਦਿਆਰਥੀਓ। थर्ड उसने सानू दसिया कि इलैक्ट्रॉन्स आर फर्स्ट फिल्ड इन द इनर ऑर्बिट्स दैन इन द आउटर ऑर्बिट्स। कि इलैक्ट्रॉन पहला कित्थे जाणगे, पहला इलैक्ट्रॉन अंदर वाले ऑर्बिट दे विच जाणगे, फिर इलैक्ट्रॉन जो फिल हो जाएगा उस तो बाद बाहरले ऑर्बिट जिहड़े ने वो फिल होणगे। सो ये क्रम अनुसार भरदे ने, पहला अंदर वाले ऑर्बिट्स अते फिर आउटर ऑर्बिट्स। ये तीनों सिद्धांत तुसीं याद रखने ने। इस तो बाद साडे कोल कंसैप्ट आउंदा है वैलेंसी यानी संयोजकता। विद्यार्थियों किसी भी परमाणु के सब तो बाहरली शैल दे विच मौजूद इलैक्ट्रॉनां नूं असीं वैलेंस इलैक्ट्रॉन यानी संयोजकता इलैक्ट्रॉन कहंदे हां। इन्हां दे बाहरली शैलां दे विच अगर असीं देखिए तो परमाणु अगर पूरा भरिया बाहरला शैल तो वह कोई भी क्रिया नहीं करता। जिन्हां परमाणुआं दे बाहरले शैल जिहड़े ने वो इलैक्ट्रॉन्स नाल फिल ने, कंप्लीटली फिल्ड ने, वो कोई भी क्रिया नहीं करनगे। तो इस तरीके नाल उन्हां दी संयोजन शक्ति या संयोजकता कितनी होएगी, 0 होएगी। सो द इलैक्ट्रॉन्स प्रेजेंट इन द आउटरमोस्ट shell of an atom, these electrons are called valence electrons, and these electron determines the combining capacity of an element called valency। atom ਜਿਹੜੇ ਨੇ which have complete octet ਉਹ ਕੀ ਹੁੰਦੇ ਨੇ, less reactive ਹੁੰਦੇ ਨੇ, ਤਾਂ ਉਹਨਾਂ ਦੀ valency 0 ਹੁੰਦੀ ਹੈ। ਵਿਦਿਆਰਥੀਓ ਜਿਨ੍ਹਾਂ ਦੇ ਸ਼ੈਲ ਦੇ ਵਿੱਚ ਪੂਰਾ ਕੰਪਲੀਟ octet ਹੈ ਉਹਨਾਂ ਦੀ valency 0 ਹੁੰਦੀ ਹੈ। ਨੈਕਸਟ ਸਾਡੇ ਕੋਲ ਆਉਂਦਾ ਕਿ octet ਕੀ ਹੁੰਦਾ ਹੈ। ਅਸੀਂ ऑक्टेट की गल कर रहे हैं, अष्टक की गल कर रहे हैं। सो विद्यार्थियों बाहरली शैल दे विच जिहड़ा सब दा आउटरमोस्ट शैल है सब तो उस दे विच 8 इलैक्ट्रॉन हुंदे ने जदों उसनूं असीं अष्टक कहंदे हां। सो परमाणु की करदे ने, अपने अंतिम शैल दे विच अष्टक प्राप्त करन दी ही क्रिया करदे ने। सो ये जां तां इलैक्ट्रॉनां दी सांझेदारी करदे ने या ग्रहण करदे ने जां इलैक्ट्रॉनां दा त्याग करदे ने, क्योंकि हर परमाणु अपना ऑक्टेट यानी अष्टक कंप्लीट करना चाहुंदा है। सो एन आउटरमोस्ट शैल which has 8 इलैक्ट्रॉन is said to possess an octet। ठीक है विद्यार्थियों, ये याद रखना है कि जिन्ने भी साडे कोल परमाणु ने, सिर्फ हीलियम की अगर असी गल करिए तो हीलियम दे विच 2 इलैक्ट्रॉन हुंदे ने, उत्थे असी उत्थे 2 इलैक्ट्रॉन एक शैल दे विच आंदे ने तो वो स्टेबल हो जाता है। लेकिन बाकी सारे जिहड़े एलीमेंट ने, परमाणु ने, उन्हां दे विच उस दे विच वो तां ही स्टेबल होणगे अगर उन्हां दे विच 8 इलैक्ट्रॉन उन्हां दे बाहरी शैल दे विच मौजूद होणगे। सो ऑक्टेट इज 8 इलैक्ट्रॉन in the outermost shell and that is the stable state। सो परमाणु दे सब तो बाहरली शैलों दे विच इलैक्ट्रॉन दे अष्टक बनाउण लई जिन्नी संख्या इलैक्ट्रॉनां दी सांझेदारी या स्थान अंतरण हुंदा है उसनूं असीं उस तत्त दी संयोजक शक्ति कहंदे हां।
ਜਿਵੇਂ ਵਿਦਿਆਰਥੀਓ ਹਾਈਡਰੋਜਨ, ਲਿਥੀਅਮ, ਸੋਡੀਅਮ, ਇਹਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਾਹਰਲੀ ਸ਼ੈਲ ਦੇ ਵਿੱਚ ਇੱਕ ਇੱਕ ਇਲੈਕਟ੍ਰੋਨ ਹੁੰਦਾ ਹੈ। ਹਾਈਡਰੋਜਨ ਐਟੋਮਿਕ ਨੰਬਰ 1, ਤਾਂ ਇਸ ਦੀ ਵੈਲੈਂਸੀ ਕਿੰਨੀ ਹੋਏਗੀ 1, ਕਿਉਂਕਿ ਇਸ ਦੇ ਬਾਹਰਲੀ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਨੇ 1। ਲਿਥੀਅਮ 1, ਸੋਡੀਅਮ 1। ਇਸੇ ਤਰੀਕੇ ਦੇ ਨਾਲ ਹਰੇਕ ਤੱਤ ਦੇ ਪਰਮਾਣੂ ਦੀ ਇੱਕ ਨਿਸ਼ਚਿਤ ਸੰਯੋਜਕ ਸ਼ਕਤੀ ਹੁੰਦੀ ਹੈ, ਜਿਸ ਨੂੰ ਅਸੀਂ ਸੰਯੋਜਕਤਾ ਜਾਂ ਵੈਲੈਂਸੀ ਕਹਿੰਦੇ ਹਾਂ। ਨੈਕਸਟ ਸਾਡੇ ਕੋਲ ਐਟੋਮਿਕ ਨੰਬਰ, ਪਰਮਾਣੂ ਸੰਖਿਆ ਦਾ ਟੌਪਿਕ ਆਉਂਦਾ ਹੈ। ਪਰਮਾਣੂਆਂ ਦੇ ਵਿੱਚ ਮੌਜੂਦ ਪ੍ਰੋਟੋਨਾਂ ਦੀ ਸੰਖਿਆ ਨੂੰ ਹੀ ਅਸੀਂ ਪਰਮਾਣੂ ਸੰਖਿਆ ਕਹਿੰਦੇ ਹਾਂ। ਸੋ ਨੰਬਰ ਆਫ ਪ੍ਰੋਟੋਨਸ ਪ੍ਰੈਜ਼ੈਂਟ ਇਨਸਾਈਡ ਦਾ ਨਿਊਕਲੀਅਸ ਆਫ ਐਨ ਐਟਮ, ਕਿਉਂਕਿ ਅਸੀਂ ਪੜ੍ਹਿਆ ਨਿਊਕਲੀਅਸ ਦੇ ਵਿੱਚ ਪ੍ਰੋਟੋਨ ਹੁੰਦੇ ਨੇ, ਤੇ ਜਿੰਨੇ ਪ੍ਰੋਟੋਨ ਇੱਕ ਪਰਮਾਣੂ ਦੇ ਵਿੱਚ ਹੋਣਗੇ ਉਹੀ ਉਹ ਵਿਦਿਆਰਥੀਓ ਉਸ ਦਾ ਐਟੋਮਿਕ ਨੰਬਰ ਹੋਵੇਗਾ। ਨੈਕਸਟ ਇਜ਼ ਮਾਸ ਨੰਬਰ, यानी पुंज संख्या। परमाणु का पुंज उस विच मौजूद प्रोटोनां अते न्यूट्रॉनां दे पुंज कारण हुंदा है। सो मास नंबर की हुंदा विद्यार्थियों, सानू पता है कि परमाणु दे अंदर न्यूक्लियस दे विच प्रोटोन अते न्यूट्रॉन हुंदे ने। सो टोटल नंबर ऑफ प्रोटोन्स प्लस न्यूट्रॉन्स प्रेजेंट इनसाइड द न्यूक्लियस ऑफ एन एटम, ਜਿਹਨੂੰ ਅਸੀਂ ਨਿਊਕਲੀਓਨ ਵੀ ਕਹਿੰਦੇ ਹਾਂ, ਉਹੀ ਉਸ ਦਾ ਪਰਮਾਣੂ ਦਾ ਮਾਸ ਨੰਬਰ ਯਾਨੀ ਪੁੰਜ ਸੰਖਿਆ ਹੁੰਦਾ ਹੈ। ਵਿਦਿਆਰਥੀਓ ਤੁਹਾਡੇ ਸਾਹਮਣੇ ਸੰਕੇਤ ਤੁਸੀਂ ਦੇਖ ਸਕਦੇ ਹੋ। ਆਕਸੀਜਨ O, ਆਕਸੀਜਨ ਦੇ ਉੱਪਰ 8 ਪਿਆ ਹੈ, ਨੀਚੇ ਉਹਦੇ 15.99। ਹੁਣ ਤੁਸੀਂ ਦੇਖੋ ਕਿ ਜਦੋਂ ਅਸੀਂ ਐਟੋਮਿਕ ਨੰਬਰ ਨੂੰ ਦਰਸਾਉਣਾ ਹੈ ਤਾਂ ਐਟੋਮਿਕ ਨੰਬਰ ਨੂੰ ਅਸੀਂ ਉਸ ਸੰਕੇਤ ਦੇ ਉੱਪਰ ਲਿਖਣਾ ਹੈ, ਅਤੇ ਐਟੋਮਿਕ ਮਾਸ ਜਿਹਦਾ ਕਿ ਯੂਨਿਟ AMU ਹੈ ਉਸ ਨੂੰ ਅਸੀਂ ਸੰਕੇਤ ਦੇ ਹੇਠਾਂ ਲਿਖਣਾ ਹੈ। ਸੋ ਐਟੋਮਿਕ ਮਾਸ ਯਾਨੀ ਪੁੰਜ ਜਿਹੜਾ ਆ ਉਹਨੂੰ ਅਸੀਂ ਨੀਚੇ ਅਤੇ ਐਟੋਮਿਕ ਨੰਬਰ ਨੂੰ ਅਸੀਂ ਉੱਪਰ ਲਿਖਣਾ ਹੈ। ਇਹ ਤੁਸੀਂ ਸੰਕੇਤ याद रखने ने विद्यार्थियों कि किसी भी परमाणु का किहड़ा संकेत है तो एटॉमिक नंबर अते मास, एटॉमिक मास नूं असीं किस तरह दर्शाउणा है। नैक्सट साडे कोल तुसीं देख सकते हो कि साडे कोल एक संकेत नज़र आ रहा है। हाँ जी, हुण तुहानूं पता लग गया है कि एटॉमिक नंबर इज इक्वल टू नंबर ऑफ प्रोटोन। जिन्ने भी प्रोटोन एक परमाणु दे विच ने वो उसका एटॉमिक नंबर होएगा, ਅਤੇ ਨੰਬਰ ਆਫ ਨਿਊਟਰॉन्स ਪਲੱਸ ਪ੍ਰੋਟੋਨਸ ਇਨਸਾਈਡ ਦਾ ਨਿਊਕਲੀਅਸ ਇਜ਼ ਇਕੁਅਲ ਟੂ ਦਾ ਮਾਸ ਨੰਬਰ। ਸੋ ਜਿੰਨੇ ਨਿਊਟਰॉन ਤੇ ਪ੍ਰੋਟੋਨ ਨੇ ਉਹ ਜਿਹੜੇ ਨਿਊਕਲੀਅਸ ਦੇ ਵਿੱਚ ਉਸ ਦਾ ਜੋੜ ਜਿਹੜਾ ਆ ਉਹ ਸਾਡੇ ਕੋਲ ਕੀ ਹੋਏਗਾ ਵਿਦਿਆਰਥੀਓ, ਮਾਸ ਨੰਬਰ। ਸਾਡੇ ਕੋਲ ਇੱਕ ਸੰਕੇਤ ਨਜ਼ਰ ਆ ਰਿਹਾ ਹੈ। ਹੁਣ ਤੁਸੀਂ ਮੈਨੂੰ ਦੱਸੋਗੇ ਕਿ K ਸੰਕੇਤ ਕਿਸ ਦਾ ਹੈ, ਪੋਟਾਸ਼ੀਅਮ 19 ਕੀ ਹੈ। ਯੈਸ, ਦਿਸ ਇਜ਼ एटॉमिक नंबर, क्योंकि असी हुणे पढ़िया कि असी एटॉमिक नंबर नूं उपर लिखना है। अते मास नंबर की है 39.09। ये की है विद्यार्थियों, पोटाशियम दा एटॉमिक मास। सो ये तुसी हमेशा याद रखना है कि एटॉमिक नंबर नूं असी उपर लिखना है ते मास नंबर नूं, एटॉमिक मास नूं असी संकेत दे हेठां अंकित करदे हां। नैक्सट साडे कोल एक टेबल दे विच ਤੁਹਾਡੀ बुक ਦੇ ਵਿੱਚ ਟੇਬਲ ਉਪਲਬਧ ਹੈ, ਜਿਸ ਦੇ ਵਿੱਚ ਅਸੀਂ ਇਹ ਯਾਦ ਰੱਖਣਾ ਹੈ ਕਿ ਤੱਤ ਦਾ ਨਾਮ ਕੀ ਹੈ, ਤੱਤਾਂ ਦੇ ਸੰਕੇਤ ਕੀ ਹਨ, ਉਹਨਾਂ ਦੀ ਪਰਮਾਣੂ ਸੰਖਿਆ ਕੀ ਹੈ, ਉਹਨਾਂ ਦੇ ਪ੍ਰੋਟੋਨਾਂ ਦੀ ਸੰਖਿਆ, ਨਿਊਟਰॉन ਅਤੇ ਇਲੈਕਟ੍ਰੋਨ ਦੀ ਸੰਖਿਆ ਕਿੰਨੀ ਹੈ, ਤੇ ਇਲੈਕਟ੍ਰੋਨਾਂ ਦੀ ਵੰਡ ਕਿਸ ਤਰੀਕੇ ਦੇ ਨਾਲ K, L, M ਅਤੇ N ਸ਼ੈਲ ਦੇ ਵਿੱਚ ਹੋਈ ਹੈ। ਉੱਥੋਂ ਹੀ ਅਸੀਂ ਵਿਦਿਆਰਥੀਓ ਵੈਲੈਂਸੀ ਯਾਨੀ ਕਿ ਸੰਯੋਜਕਤਾ ਦਾ ਪਤਾ ਲਗਾ ਸਕਦੇ ਹਾਂ। आओ असी एक एक्टिविटी दे नाल वैलेंसी दे कंसैप्ट नूं समझीए। प्यारे बच्चिओ ध्यान देना। हुण साडे कोल परमाणु अंक 1 की हुंदा है विद्यार्थियों, हाइड्रोजन। वेरी गुड। हाइड्रोजन दे विच असी इत्थे हुण इलैक्ट्रॉन्स की गल करांगे। इलैक्ट्रॉन्स किन्ने हुंदे ने? परमाणु अंक जे 1 है, संकेत है H, तां इलैक्ट्रॉन किन्ने होणगे 1। ਹੁਣ ਇਸ ਦਾ ਇੱਕ ਇਲੈਕਟ੍ਰੋਨ ਕਿਹੜੇ ਸ਼ੈਲ 'ਚ ਜਾਏਗਾ? ਪਹਿਲੇ ਸ਼ੈਲ ਦੇ ਵਿੱਚ ਯਾਨੀ ਕਿ K ਸ਼ੈਲ ਦੇ ਵਿੱਚ। ਤਾਂ ਇਸ ਦੀ ਕੰਬਾਈਨਿੰਗ ਕਪੈਸਿਟੀ ਕਿੰਨੀ ਹੋਏਗੀ? 1, ਬਿਕੋਜ਼ ਇੱਕ ਇਲੈਕਟ੍ਰੋਨ ਇਸ ਦੇ ਕੋਲ ਹੈ ਹਾਈਡਰੋਜਨ ਦੇ ਪਰਮਾਣੂ ਕੋਲ, ਤਾਂ ਇੱਕ ਇਲੈਕਟ੍ਰੋਨ ਇਸ ਦੀ ਵੈਲੈਂਸੀ ਹੈ, ਜਾਂ ਤਾਂ ਇੱਕ ਦੇ ਸਕਦਾ ਹੈ ਜਾਂ ਇੱਕ ਲੈ ਸਕਦਾ ਹੈ। ਸੋ ਇਟਸ ਵੈਲੈਂਸੀ ਇਜ਼ 1। ਨੈਕਸਟ ਸਾਡੇ ਕੋਲ ਪਰਮਾਣੂ ਅੰਕ 2 ਕੀ ਹੁੰਦਾ ਵਿਦਿਆਰਥੀਓ? ਹੀਲੀਅਮ HE।
परमाणु अंक 2 ਦੇ ਵਿੱਚ ਸਾਡੇ ਕੋਲ ਕਿੰਨੇ ਇਲੈਕਟ੍ਰੋਨ ਹੋਣਗੇ 2 ਹੁਣ ਦੂਸਰਾ ਇਲੈਕਟ੍ਰੋਨ ਕਿੱਥੇ ਜਾਏਗਾ ਪਹਿਲੇ ਸ਼ੈਲ ਦੇ ਵਿੱਚ ਕਿਉਂਕਿ ਅਸੀਂ ਰੂਲ ਪੜ੍ਹਿਆ ਕਿ ਇਲੈਕਟ੍ਰੋਨ ਹਮੇਸ਼ਾ ਪਹਿਲਾਂ ਅੰਦਰਲੇ ਸ਼ੈਲ 'ਚ ਜਾਣਗੇ ਫਿਰ ਬਾਹਰਲੇ ਸ਼ੈਲ ਵਿੱਚ ਫਿਲ ਹੋਣਗੇ ਤਾਂ ਇਸ ਦੇ ਵਿੱਚ ਕੀ ਸ਼ੈਲ ਦੇ ਵਿੱਚ ਸਾਡੇ ਕੋਲ ਕਿੰਨੇ ਇਲੈਕਟ੍ਰੋਨ ਨੇ 2 ਹੁਣ ਵਿਦਿਆਰਥੀਓ ਇਸ ਦੀ ਕੰਬਾਈਨਿੰਗ ਕੈਪੈਸਿਟੀ ਜਾਂ ਵੈਲੈਂਸੀ ਕਿੰਨੀ ਹੋਏਗੀ ਦੇਖੋ ਅਸੀਂ ਪੜ੍ਹਿਆ ਕਿ ਇੱਕ ਸ਼ੈਲ ਦੇ ਵਿੱਚ ਜਦੋਂ 2 ਇਲੈਕਟ੍ਰੋਨ ਇਸ ਦੇ ਕੋਲ ਪਹਿਲੇ ਸ਼ੈਲ ਦੇ ਵਿੱਚ ਹੋ ਜਾਣਗੇ ਤਾਂ ਇਹ ਜਿਹੜਾ ਆ ਸਟੇਬਲ ਹੋ ਜਾਏਗਾ ਪਰਮਾਣੂ ਕਿਉਂਕਿ ਇਸ ਨੂੰ 2 ਚਾਹੀਦੇ ਸੀ ਪਹਿਲੇ ਸ਼ੈਲ ਦੇ ਵਿੱਚ ਤਾਂ ਇਸ ਦਾ ਡੁਪਲੇਟ ਜਿਹੜਾ ਆ ਉਹ ਕੰਪਲੀਟ ਹੋ ਗਿਆ 2 ਇਲੈਕਟ੍ਰੋਨ ਇਸ ਦੇ ਕੋਲ ਆ ਗਏ ਤਾਂ ਇਸ ਦੀ ਵੈਲੈਂਸੀ ਹੋਏਗੀ 0 ਇਹ ਕਿਸੇ ਦੇ ਨਾਲ ਕੰਬਾਈਨ ਨਹੀਂ ਕਰਨਾ ਚਾਹੇਗਾ ਇਹ ਆਪਣੇ ਇਲੈਕਟ੍ਰੋਨ ਸ਼ੇਅਰ ਵੀ ਨਹੀਂ ਕਰੇਗਾ ਇਸ ਕਰਕੇ ਹੀਲੀਅਮ ਦੀ ਵੈਲੈਂਸੀ ਹੋਏਗੀ ਸਾਡੇ ਕੋਲ 0 ਕਿਉਂਕਿ 2 ਇਲੈਕਟ੍ਰੋਨ ਨੇ ਕੰਪਲੀਟ ਹੈ ਪਹਿਲਾ ਸ਼ੈਲ ਹੈ ਨਾ ਸਟੇਬਲ ਹੋ ਗਿਆ ਹੁਣ ਸਾਡੇ ਕੋਲ ਪਰਮਾਣੂ ਅੰਕ 3 ਕੀ ਹੁੰਦਾ ਵਿਦਿਆਰਥੀਓ ਲਿਥੀਅਮ Li ਲਿਥੀਅਮ ਦੇ ਵਿੱਚ ਸਾਡੇ ਕੋਲ ਕਿੰਨੇ ਇਲੈਕਟ੍ਰੋਨ ਹੋਣਗੇ ਪਰਮਾਣੂ ਅੰਕ 3 ਹੈ ਇਲੈਕਟ੍ਰੋਨ ਹੋਣਗੇ 3 ਹੁਣ ਇਲੈਕਟ੍ਰੋਨ ਇਸ ਦੇ ਵਿੱਚ ਐਡ ਹੋਣਾ ਕਿੱਥੇ ਹੋਏਗਾ ਕੀ ਇਹ ਪਹਿਲੇ ਸ਼ੈਲ ਦੇ ਵਿੱਚ ਹੋਏਗਾ नहीं क्योंकि देखो इस दे विच इलैक्ट्रॉन नहीं जा रहा क्यों क्योंकि असी पढ़िया कि इलैक्ट्रॉन जिहड़ा आ पहले शैल दे विच मैक्सिमम उहदे कोल 2 इलैक्ट्रॉन ही आ सकते हैं हुण इलैक्ट्रॉन कित्थे ऐड होएगा विद्यार्थियों एल शैल दे विच सैकेंड शैल दे विच जाएगा मान लो कि जिवें साडे कोल कोई लिफ्ट हुंदी है उहदे विच लिफ्ट दे अंदर जे 2 ही बंदे जा सकते हैं तो तीसरा उहदे च एंटर नहीं कर सकता इसे तरीके नाल पहले शैल दे विच 2 तो वध इलैक्ट्रॉन नहीं जा सकते तो अगर एक इलैक्ट्रॉन होर ऐड होना है तो कित्थे होएगा एल शैल दे विच हुण इस दी तुसी सिचुएशन देखो इस परमाणु दे विच लिथियम दे अंदर साडे कोल एक इलैक्ट्रॉन है हुण इस दी वैलेंसी की है अगर ये इलैक्ट्रॉन अपना डोनेट कर दवे तो अस्थिर अवस्था च आ जाएगा इस करके लिथियम दी वैलेंसी कितनी हुंदी है 1 बिकॉज ये एक इलैक्ट्रॉन अगर डोनेट कर देगा ਤਾਂ ਇਹ ਸਥਿਰ ਅਵਸਥਾ ਦੇ ਵਿੱਚ ਆ ਜਾਏਗਾ ਇਸ ਦੀ ਵੈਲੈਂਸੀ ਹੈ 1 ਪਰਮਾਣੂ ਅੰਕ 4 ਕੀ ਹੁੰਦਾ ਬੈਰੀਲੀਅਮ ਸੰਕੇਤ Be ਹੁਣ ਬੈਰੀਲੀਅਮ ਦੇ ਵਿੱਚ 4 ਇਲੈਕਟ੍ਰੋਨ ਨੇ 2 ਅੰਦਰਲੇ ਵਿੱਚ ਤੇ ਇਹ ਇਲੈਕਟ੍ਰੋਨ ਕਿੱਥੇ ਆਣਗੇ 2 ਬਾਹਰ ਇਲੈਕਟ੍ਰੋਨ ਹੁਣ ਇਸ ਦੀ ਵੈਲੈਂਸੀ ਕਿੰਨੀ ਹੋਏਗੀ ਇਹ 2 ਤਾਂ ਅੰਦਰ ਜਿਹੜੇ ਨੇ ਸਟੇਬਲ ਹੈ ਪਹਿਲਾ ਸ਼ੈਲ ਕੰਪਲੀਟ ਹੈ ਸੈਕਿੰਡ ਸ਼ੈਲ L ਦੇ ਵਿੱਚ ਸਾਡੇ ਕੋਲ 2 ਇਲੈਕਟ੍ਰੋਨ ਨੇ ਵਿਦਿਆਰਥੀਓ ਇਸ ਦੀ ਵੈਲੈਂਸੀ ਕਿੰਨੀ ਹੋਗੀ 2 ਕਿਉਂਕਿ ਇਹ 2 ਅਗਰ ਡੋਨੇਟ ਕਰ ਦੇਗਾ ਤਾਂ ਇਹ ਕੀ ਹੋ ਜਾਣਗੇ ਸਟੇਬਲ ਸਥਿਰ ਅਵਸਥਾ ਵਿੱਚ ਆ ਜਾਏਗਾ ਇਸ ਕਰਕੇ ਬੈਰੀਲੀਅਮ ਦੀ ਵੈਲੈਂਸੀ ਹੋਏਗੀ ਸਾਡੇ ਕੋਲ 2 ਪੰਜਵਾਂ ਪਰਮਾਣੂ ਅੰਕ ਕੀ ਹੁੰਦਾ ਬੋਰੋਨ ਬੋਰੋਨ ਦੇ ਵਿੱਚ 5 ਇਲੈਕਟ੍ਰੋਨ ਪਹਿਲੇ ਵਿੱਚ 2 एल शैल दे विच साडे कोल 3 इलैक्ट्रॉन आ गए वैलेंसी कितनी होएगी 1 2 3 ये 3 इलैक्ट्रॉन अपने लूज कर देगा तो ये स्टेबल स्टेट च आ जाएगा इस करके इस दी वैलेंसी जिहड़ी है बोरोन दी वो होएगी साडे कोल 3 परमाणु अंक 6 हुंदा है कार्बन कार्बन दे विच कितने इलैक्ट्रॉन हाँ जी 6 तो 6 2 अंदर ते 4 साडे कोल आ गए बाहर तो 1 2 3 4 हुण ये 4 इलैक्ट्रॉन अपने या डोनेट कर सकता है या शेयर कर सकता है तो विद्यार्थियों ये इस दे 4 जिहड़ी है कार्बन दी की होएगी वैलेंसी तो परमाणु अंक 6 कार्बन दी वैलेंसी है साडे कोल 4 नाइट्रोजन परमाणु अंक 7 संकेत है N ਤਾਂ ਇਸ ਦੇ ਵਿੱਚ ਸਾਡੇ ਕੋਲ ਕਿੰਨੇ ਇਲੈਕਟ੍ਰੋਨ 7 2 ਅੰਦਰ ਤੇ ਕਿੰਨੇ ਬਚ ਗਏ 5 5 ਸੈਕਿੰਡ ਦੇ ਵਿੱਚ ਸਾਡੇ ਕੋਲ ਆ ਗਏ 5 ਇਲੈਕਟ੍ਰੋਨ 1 2 3 4 5 ਹੁਣ ਵਿਦਿਆਰਥੀਓ ਤੁਸੀਂ ਇਹ ਧਿਆਨ ਨਾਲ ਦੇਖੋ ਇੱਥੇ ਇਸ ਗੱਲ ਨੂੰ ਸਮਝਣਾ ਹੈ ਕਿ ਇਸ ਦੇ ਲਈ ਕਿਹੜਾ ਕੰਮ ਸੌਖਾ ਹੈ ਕਿ ਇਹ 5 ਇਲੈਕਟ੍ਰੋਨ ਆਪਣੇ ਕਿਸੇ ਨੂੰ ਡੋਨੇਟ ਕਰ ਦੇਵੇ ਜਾਂ ਇਹ 3 ਜਿਹੜੇ ਨੇ ਉਹ ਕਿਸੇ ਤੋਂ ਲੈ ਲਵੇ ਕਿਉਂ ਕਿਉਂਕਿ ਅਸੀਂ ਪੜ੍ਹਿਆ ਸੀ क्या ये परमाणु तद ही स्थिर हो सकता है जब इसका ऑक्टेट जिहड़ा बाहरली शैल है उस दे विच वध तो वध 8 इलैक्ट्रॉन आ सकते हैं अगर इसने स्थिर अवस्था विच आना है तो इसनूं 3 इलैक्ट्रॉन होर चाहिए ने सो इस दे लई ये सौखा है कि ये 3 इलैक्ट्रॉन किसी तो लै लवे रैदर दैन कि ये 5 इलैक्ट्रॉन अपनी डोनेट करे सो नाइट्रोजन की अगर असी गल करिए तो इस दी कंबाइनिंग कैपेसिटी होएगी 3 क्योंकि 3 इलैक्ट्रॉन ले लेगा तो इसका ऑक्टेट कंप्लीट हो जाएगा इसकी वैलेंसी है 3 परमाणु अंक 8 संकेत O
ਕਿਹੜਾ ਐਲੀਮੈਂਟ ਹੈ ਜੀ ਐਟਮ? ਆਕਸੀਜਨ। ਆਕਸੀਜਨ ਦੇ ਵਿੱਚ ਪਹਿਲੇ ਵਿੱਚ 2, ਹਾਂਜੀ ਕਿੰਨੇ ਬਚੇ? 6, ਇਹਦੇ ਵਿੱਚ ਆ ਗਏ 6 ਸਾਡੇ ਕੋਲ ਇਲੈਕਟ੍ਰੋਨ, 1 2 3 4 5 6। ਹੁਣ ਇਸ ਦੇ ਵਿੱਚ ਕਿਹੜੀ ਸਥਿਤੀ ਬਣਦੀ ਹੈ ਵਿਦਿਆਰਥੀਓ, ਛੇਤੀ ਦੱਸੋ। ਹਾਂਜੀ 6 ਇਲੈਕਟ੍ਰੋਨ, 2 ਅਗਰ ਇਹ ਗ੍ਰਹਿਣ ਕਰ ਲੇਗਾ ਤਾਂ ਇਸ ਦਾ ਆਕਟੇਟ ਯਾਨੀ ਅਸ਼ਟਕ ਕੰਪਲੀਟ ਹੋ ਜਾਏਗਾ। ਇਸ ਕਰਕੇ ਇਸ ਦੀ ਕੰਬਾਈਨਿੰਗ ਕਪੈਸਿਟੀ ਕਿੰਨੀ ਹੋਏਗੀ ਵਿਦਿਆਰਥੀਓ? 2। ਆਕਸੀਜਨ ਦੀ ਕੰਬਾਈਨਿੰਗ ਕਪੈਸਿਟੀ 2। ਨੈਕਸਟ ਸਾਡੇ ਕੋਲ ਪਰਮਾਣੂ ਅੰਕ 9 ਕੀ ਹੁੰਦਾ? ਫਲੋਰੀਨ। ਫਲੋਰੀਨ, ਹਾਂਜੀ ਫਲੋਰੀਨ ਦੇ ਵਿੱਚ ਇਲੈਕਟ੍ਰੋਨ ਕਿੰਨੇ ਹੋਣਗੇ? 9। 2 ਅੰਦਰਲੇ ਸ਼ੈਲ ਕੇ ਸ਼ੈਲ ਦੇ ਵਿੱਚ ਤੇ 7 ਕਿੱਥੇ ਆ ਗਏ ਜੀ? ਬਾਹਰਲੇ ਸ਼ੈਲ। 1 2 3 4 5 6 7 ਹੈ ਨਾ। ਹੁਣ ਇਸ ਦੀ ਅਗਰ ਕੰਬਾਈਨਿੰਗ ਕਪੈਸਿਟੀ ਦੀ ਗੱਲ ਕਰੀਏ ਤਾਂ ਕਿੰਨੇ ਇਲੈਕਟ੍ਰੋਨ ਇਹਨੂੰ ਹੋਰ ਚਾਹੀਦੇ ਨੇ ਕਿ ਇਸ ਦਾ ਅਸ਼ਟਕ ਕੰਪਲੀਟ ਹੋ ਜਾਏ? 1 ਇਲੈਕਟ੍ਰੋਨ। ਸੋ ਇਸ ਦੀ ਵੈਲੈਂਸੀ ਕਿੰਨੀ ਹੋਏਗੀ? 1। ਵੈਰੀ ਗੁੱਡ। ਹੁਣ ਸਾਡੇ ਕੋਲ ਪਰਮਾਣੂ ਅੰਕ ਆਂਦਾ ਹੈ 10। ਹਾਂਜੀ ਨਿਓਨ। ਨਿਓਨ ਸੰਕੇਤ Ne। ਹੁਣ ਇਸ ਦੇ ਵਿੱਚ ਸਾਡੇ ਕੋਲ ਕਿੰਨੇ ਇਲੈਕਟ੍ਰੋਨ ਨੇ? 10 ਪਰਮਾਣੂ ਅੰਕ ਹੈ ਤੇ 10 ਪਹਿਲੇ ਸ਼ੈਲ ਦੇ ਵਿੱਚ 2 ਸਾਡੇ ਕੋਲ ਮੌਜੂਦ ਨੇ, ਫਿਰ ਉਸ ਤੋਂ ਬਾਅਦ 8 ਕਿਹਦੇ ਵਿੱਚ ਆ ਜਾਣਗੇ? ਸੈਕਿੰਡ ਸ਼ੈਲ ਦੇ ਵਿੱਚ, ਐਲ ਸ਼ੈਲ ਦੇ ਵਿੱਚ। ਵਿਦਿਆਰਥੀਓ ਧਿਆਨ ਨਾਲ ਦੇਖੋ, ਹੁਣ ਇਸ ਦੇ ਪਹਿਲੇ ਸ਼ੈਲ ਦੇ ਵਿੱਚ 2 ਇਲੈਕਟ੍ਰੋਨ ਕੰਪਲੀਟ ਨੇ ਤੇ ਦੂਸਰੇ ਸ਼ੈਲ ਦੇ ਵਿੱਚ 8 ਇਲੈਕਟ੍ਰੋਨ ਪੂਰੇ ਹੋ ਗਏ। ਕੀ ਬਣ ਗਿਆ ਇਹ? ਅਸ਼ਟਕ ਯਾਨੀ ਆਕਟੇਟ ਕੰਪਲੀਟ ਹੋ ਗਿਆ। ਹੁਣ ਮੈਨੂੰ ਦੱਸੋ ਕੀ ਇਹ ਕਿਸੇ ਦੇ ਨਾਲ ਕੰਬਾਈਨ ਕਰਨਾ ਚਾਹੇਗਾ? ਜਦ ਇਹ ਸਥਿਰ ਹੈ ਨਾ, ਇਹ ਆਪਣੇ ਆਪ ਦੇ ਵਿੱਚ ਪੂਰਾ ਕੰਪਲੀਟ ਹੈ, ਕੀ ਇਹ ਕਿਸੇ ਦੇ ਨਾਲ ਕੰਬਾਈਨ ਕਰਨਾ ਚਾਹੇਗਾ? ਨੋ। ਸੋ ਇਸ ਦੀ ਵੈਲੈਂਸੀ ਕੰਬਾਈਨਿੰਗ ਕਪੈਸਿਟੀ ਕਿੰਨੀ ਹੋਏਗੀ? 0। ਸੋ ਨਿਓਨ ਦੀ ਕੰਬਾਈਨਿੰਗ ਕਪੈਸਿਟੀ ਜਾਂ ਵੈਲੈਂਸੀ ਜਾਂ ਸੰਯੋਜਕਤਾ ਹੈ 0। ਵਿਦਿਆਰਥੀਓ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਇਸ ਤਰੀਕੇ ਦੇ ਨਾਲ ਇਲੈਕਟ੍ਰੋਨਸ ਕਿਸ ਤਰ੍ਹਾਂ ਫਿਲ ਹੋ ਰਹੇ ਨੇ ਉੱਥੋਂ ਉਸ ਦੀ ਸੰਯੋਜਕਤਾ ਦਾ ਅੰਦਾਜ਼ਾ ਲਗਾ ਸਕਦੇ ਹੋ ਤੇ ਤੁਹਾਨੂੰ ਇਹ ਚੀਜ਼ ਸਮਝ ਆ ਗਈ ਹੋਏਗੀ। ਨੈਕਸਟ ਅਸੀਂ ਗੱਲ ਕਰਾਂਗੇ ਕਿ ਸਾਡੇ ਕੋਲ ਜਿਹੜੇ ਨੇ ਆਈਸੋਟੋਪਸ ਯਾਨੀ ਸਮਸਥਾਨਕ ਕੀ ਹੁੰਦੇ ਨੇ। ਵਿਦਿਆਰਥੀਓ ਕੁਦਰਤ ਵਿੱਚ ਕੁਝ ਤੱਤਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਦੀ ਪਰਮਾਣੂ ਸੰਖਿਆਵਾਂ ਤਾਂ ਸਮਾਨ ਹੁੰਦੀਆਂ ਨੇ ਪਰ ਪੁੰਜ ਸੰਖਿਆ ਵੱਖ-ਵੱਖ ਹੁੰਦੀ ਹੈ। ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਹਾਈਡਰੋਜਨ ਪਰਮਾਣੂ ਦੇ ਅੰਦਰ ਸਾਡੇ ਕੋਲ ਪ੍ਰੋਟੀਅਮ, ਡਿਊਟੀਰੀਅਮ ਅਤੇ ਟ੍ਰਿਟੀਅਮ ਨੇ। ਇਹ ਕੀ ਨੇ? ਇਹ ਹਾਈਡਰੋਜਨ ਦੇ ਆਈਸੋਟੋਪਸ ਨੇ। ਹੁਣ ਤੁਸੀਂ ਦੇਖੋ ਵਿਦਿਆਰਥੀਓ ਕਿ ਇਸ ਦੇ ਵਿੱਚ ਸਾਨੂੰ ਹਾਈਡਰੋਜਨ ਇੱਕ ਉੱਪਰ ਅਸੀਂ ਕੀ ਪੜ੍ਹਿਆ ਸੀਗਾ? ਹਾਂਜੀ ਕਿ ਸਾਡੇ ਕੋਲ ਪਰਮਾਣੂ ਅੰਕ ਤਾਂ ਇਹਨਾਂ ਦਾ ਸੇਮ ਹੈ, ਇੱਕ ਹੀ ਹੈ, ਲੇਕਿਨ ਪੁੰਜ ਸੰਖਿਆ ਇਸ ਦੀ ਵੱਖ-ਵੱਖ ਹੈ। ਇੱਕ ਦੇ ਵਿੱਚ ਪ੍ਰੋਟੀਅਮ ਦੇ ਵਿੱਚ 1 ਹੈ, ਡਿਊਟੀਰੀਅਮ ਵਿੱਚ 2 ਹੈ, ਟ੍ਰਿਟੀਅਮ ਦੇ ਵਿੱਚ 3 ਹੈ। ਇਸੇ ਤਰੀਕੇ ਦੇ ਨਾਲ ਕਾਰਬਨ ਅਤੇ ਕਲੋਰੀਨ ਵੀ ਉਦਾਹਰਨਾਂ ਨੇ। ਹੁਣ ਤੁਸੀਂ ਇਹ ਯਾਦ ਰੱਖਣਾ ਹੈ ਕਿ ਆਈਸੋਟੋਪ ਸਮਸਥਾਨਕ ਕੀ ਹੁੰਦੇ ਨੇ ਜਿਨ੍ਹਾਂ ਦਾ ਪਰਮਾਣੂ ਅੰਕ ਜਿਹੜਾ ਆ ਉਹ ਤਾਂ ਸੇਮ ਹੁੰਦਾ ਹੈ ਪਰ ਪੁੰਜ ਸੰਖਿਆ ਜਿਹੜੀ ਹੈ ਉਹ ਵੱਖ-ਵੱਖ ਹੁੰਦੀ ਹੈ। ਇਹ ਤੁਸੀਂ ਇੱਕ ਪਿਕਚਰ ਦੇਖੋ, ਇਹਦੇ ਵਿੱਚ ਤੁਹਾਨੂੰ ਪਤਾ ਲੱਗੇਗਾ। ਯੈਸ, ਇਹ ਹੈ ਨਿਊਕਲੀਅਸ ਦੇ ਅੰਦਰ ਤੁਸੀਂ ਦੇਖਿਆ ਕਿ ਬਾਹਰ ਇਲੈਕਟ੍ਰੋਨ ਰੋਟੇਟ ਕਰ ਰਿਹਾ ਸੀ। ਇਹ ਹਾਈਡਰੋਜਨ ਦਾ ਪਰਮਾਣੂ ਹੈ, ਆਈਸੋਟੋਪ ਹੈ। ਤਾਂ ਇਹ ਇਲੈਕਟ੍ਰੋਨ ਹੈ। ਇਹ ਨਿਊਕਲੀਅਸ ਦੇ ਅੰਦਰ ਸਾਡੇ ਕੋਲ 3 ਚੀਜ਼ਾਂ ਨਜ਼ਰ ਆ ਰਹੀਆਂ ਨੇ। ਤਾਂ ਇਹ ਕਿਹੜਾ ਹੈ? ਹਾਈਡਰੋਜਨ ਦਾ ਆਈਸੋਟੋਪ ਟ੍ਰਿਟੀਅਮ। ਸੋ ਇਸੇ ਤਰੀਕੇ ਦੇ ਨਾਲ ਇੱਕ ਪਰਮਾਣੂ ਦੇ ਵੱਖ-ਵੱਖ ਆਈਸੋਟੋਪਸ ਹੋ ਸਕਦੇ ਨੇ। ਪ੍ਰੋਟੀਅਮ ਦੇ ਵਿੱਚ ਤੁਸੀਂ ਦੇਖੋ ਕਿ ਨਿਊਕਲੀਅਸ ਕੇਂਦਰਕ ਦੇ ਅੰਦਰ ਇੱਕ ਪ੍ਰੋਟੋਨ ਹੈ, ਡਿਊਟੀਰੀਅਮ ਦੇ ਵਿੱਚ ਇੱਕ ਪ੍ਰੋਟੋਨ ਤੇ ਨਿਊਟਰੋਨ ਹੋਰ ਐਡ ਹੋ ਗਿਆ ਤੇ ਟ੍ਰਿਟੀਅਮ ਦੇ ਵਿੱਚ ਸਾਡੇ ਕੋਲ ਪ੍ਰੋਟੋਨ ਦੇ ਨਾਲ 2 ਨਿਊਟਰੋਨ ਐਡ ਹੋ ਗਏ, ਲੇਕਿਨ ਇਹਨਾਂ ਦੇ ਵਿੱਚ ਬਾਹਰੀ ਇਲੈਕਟ੍ਰੋਨ ਸੇਮ ਨੇ। ਇਸੇ ਕਰਕੇ ਇਹਨਾਂ ਦਾ ਪਰਮਾਣੂ ਅੰਕ ਤਾਂ ਸੇਮ ਹੈ, ਲੇਕਿਨ ਸਾਡੇ ਕੋਲ ਜਿਹੜਾ ਆ ਇਹਨਾਂ ਦੇ ਅੰਦਰ ਨਿਊਕਲੀਅਸ ਦੇ ਵਿੱਚ ਚੇਂਜਸ ਆ ਰਹੀਆਂ ਨੇ। ਇਸੇ ਤਰੀਕੇ ਦੇ ਨਾਲ ਹੀਲੀਅਮ ਜਿਹੜੇ ਨੇ ਇਹ ਵੀ ਹੀਲੀਅਮ 3 ਤੇ ਹੀਲੀਅਮ 4 ਇਹ ਆਈਸੋਟੋਪਸ ਨੇ ਹੀਲੀਅਮ ਦੇ। ਵਿਦਿਆਰਥੀਓ ਕਿਸੇ ਵੀ ਕੁਦਰਤੀ ਤੱਤ ਦੇ ਇੱਕ ਪਰਮਾਣੂ ਦਾ ਪੁੰਜ ਉਸ ਤੱਤ ਵਿੱਚ ਮੌਜੂਦ ਸਾਰੇ ਕੁਦਰਤੀ ਰੂਪ ਵਿੱਚ ਮਿਲਣ ਵਾਲੇ ਪਰਮਾਣੂਆਂ ਦੇ ਔਸਤ ਪੁੰਜ ਦੇ ਬਰਾਬਰ ਹੁੰਦਾ ਹੈ। ਜੇ ਕਿਸੇ ਇੱਕ ਤੱਤ ਦਾ ਕੋਈ ਸਮਸਥਾਨਕ ਨਹੀਂ ਹੈ ਤਾਂ ਫਿਰ ਅਸੀਂ ਉਸ ਦਾ ਪਰਮਾਣੂ ਪੁੰਜ ਕਹਿ ਸਕਦੇ ਹਾਂ ਕਿ ਉਸ ਦੇ ਪ੍ਰੋਟੋਨਾਂ ਅਤੇ ਨਿਊਟਰੋਨਾਂ ਦੇ ਪੁੰਜ ਦਾ ਜੋੜ ਹੁੰਦਾ ਹੈ। ਪਰ ਜੇ ਕਿਸੇ ਤੱਤ ਦਾ ਸਥਾਨਕ ਰੂਪ ਕੁਦਰਤ ਦੇ ਵਿੱਚ ਮੌਜੂਦ ਹੈ ਤੇ ਸਾਨੂੰ ਹਰ ਇੱਕ ਸਥਾਨਕ ਰੂਪ ਦਾ ਪ੍ਰਤੀਸ਼ਤ ਜਾਣਨਾ ਪਵੇਗਾ ਤੇ ਫਿਰ ਹੀ ਅਸੀਂ ਉਸ ਦੇ ਔਸਤ ਪੁੰਜ ਦੀ ਗਣਨਾ ਕਰ ਸਕਦੇ ਹਾਂ। ਜਿਵੇਂ ਕਿ ਕਲੋਰੀਨ ਦੇ ਵੀ ਆਈਸੋਟੋਪਸ ਨੇ ਤਾਂ ਇਸ ਦਾ ਔਸਤ ਪੁੰਜ ਕਿੰਨਾ ਹੈ? 35.5 U। ਸੋ ਇਹ 35.5 μ ਜਿਹੜਾ ਆ ਇਹ ਕਲੋਰੀਨ ਦਾ ਔਸਤ ਪੁੰਜ ਹੈ।
ਇਹ ਤੁਸੀਂ ਗੱਲ ਯਾਦ ਰੱਖਣੀ ਹੈ। ਹੁਣ ਅਸੀਂ ਇਹ ਦੇਖਾਂਗੇ ਕਿ ਆਈਸੋਟੋਪਸ ਦੇ ਯੂਸਸ ਕੀ ਨੇ, ਸਮਸਥਾਨਕ ਦੀ ਵਰਤੋਂ ਕਿੱਥੇ ਕਿੱਥੇ ਕੀਤੀ ਜਾਂਦੀ ਹੈ। ਵਿਦਿਆਰਥੀਓ, ਯੂਰੇਨੀਅਮ ਜਿਹੜਾ ਆ ਸਮਸਥਾਨਕ, ਇਹਦੀ ਵਰਤੋਂ ਜਿਹੜੀ ਪਰਮਾਣੂ ਭੱਠੀ ਯਾਨੀ ਅਟੋਮਿਕ ਰਿਐਕਟਰ ਵਿੱਚ ਬਾਲਣ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਕੈਂਸਰ ਦੇ ਇਲਾਜ ਦੇ ਲਈ ਕੋਬਾਲਟ ਦੇ ਆਈਸੋਟੋਪ ਦੀ ਵਰਤੋਂ ਹੁੰਦੀ ਹੈ। ਥਾਇਰੋਇਡ ਦਾ ਅਗਰ ਅਸੀਂ ਇਲਾਜ ਕਰਨਾ ਹੈ ਤਾਂ ਆਇਓਡੀਨ ਦੇ ਅਸੀਂ ਆਈਸੋਟੋਪ ਦੀ ਵਰਤੋਂ ਕਰਦੇ ਹਾਂ। ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਯੂਰੇਨੀਅਮ ਆਈਸੋਟੋਪ ਜਿਹੜੇ ਨੇ ਉਹ ਕਿਸ ਤਰ੍ਹਾਂ ਸਾਡੇ ਕੋਲ ਜਿਹੜਾ ਆ ਪਰਮਾਣੂ ਭੱਠੀ ਦੇ ਵਿੱਚ ਇਸ ਨੂੰ ਬਾਲਣ ਦੇ ਤੌਰ ਤੇ ਵਰਤਿਆ ਜਾਂਦਾ ਹੈ। ਨੈਕਸਟ ਸਾਡੇ ਕੋਲ ਆਉਂਦੇ ਨੇ ਆਈਸੋਬਾਰਸ, ਸੰਭਾਰਿਕ। ਆਈਸੋਬਾਰਸ ਕੀ ਹੁੰਦੇ ਨੇ? ਵੱਖ-ਵੱਖ ਪਰਮਾਣੂ ਸੰਖਿਆ ਨੇ ਵਾਲੇ ਤੱਤਾਂ ਨੂੰ ਜਦੋਂ ਉਹਨਾਂ ਦੀ ਪੁੰਜ ਸੰਖਿਆ ਲੇਕਿਨ ਬਰਾਬਰ ਹੁੰਦੀ ਹੈ, ਉਹਨਾਂ ਨੂੰ ਅਸੀਂ ਸੰਭਾਰਕ ਜਾਂ ਆਈਸੋਬਾਰਸ ਕਹਿੰਦੇ ਹਾਂ। ਸੋ ਆਈਸੋਬਾਰਸ ਆਰ the atoms of different chemical elements that have same number of nucleons। atomic number different ਹੈ but mass number ਉਹਨਾਂ ਦਾ same ਹੈ। ਉਦਾਹਰਨ ਦੇ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਕੋਲ ਆਰਗਨ 40 ਤਾਂ ਕੈਲਸ਼ੀਅਮ 40, ਇਹ ਕੀ ਨੇ? ਇਹਨਾਂ ਦਾ ਪੁੰਜ ਸੰਖਿਆ ਤਾਂ ਵਿਦਿਆਰਥੀਓ ਬਰਾਬਰ ਹੈ ਤਾਂ 40 ਆਰਗਨ, ਕੈਲਸ਼ੀਅਮ 40, ਪਰ ਇਹਨਾਂ ਦੀ ਪਰਮਾਣੂ ਸੰਖਿਆ ਵੱਖ-ਵੱਖ ਹੈ। ਆਰਗਨ ਦਾ ਪਰਮਾਣੂ ਸੰਖਿਆ ਕਿੰਨੀ ਹੈ? 18 ਤੇ ਕੈਲਸ਼ੀਅਮ ਦੀ ਪਰਮਾਣੂ ਸੰਖਿਆ ਕਿੰਨੀ ਹੁੰਦੀ ਹੈ? 20। ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਸੰਭਾਰਕ ਜਿਹੜੇ ਨੇ ਜਿਨ੍ਹਾਂ ਦਾ ਅਟੋਮਿਕ ਨੰਬਰ ਡਿਫਰੈਂਟ ਹੁੰਦਾ ਹੈ ਬਟ ਮਾਸ ਨੰਬਰ ਜਿਹੜਾ ਹੈ ਉਹ ਪੁੰਜ ਸੰਖਿਆ ਬਰਾਬਰ ਜਾਂ ਸੇਮ ਹੁੰਦੀ ਹੈ। ਇਹ ਤੁਸੀਂ ਕੰਸੈਪਟ ਯਾਦ ਰੱਖਣਾ ਹੈ, ਇਹ ਇੱਕਦਮ ਆਪੋਜ਼ਿਟ ਨੇ। ਆਈਸੋਟੋਪ ਸੇਮ ਅਟੋਮਿਕ ਨੰਬਰ, ਡਿਫਰੈਂਟ ਮਾਸ ਨੰਬਰ। ਆਈਸੋਬਾਰ ਸੰਭਾਰਕ ਡਿਫਰੈਂਟ ਅਟੋਮਿਕ ਨੰਬਰ ਬਟ ਸੇਮ ਮਾਸ ਨੰਬਰ। ਇਹ ਬਹੁਤ ਇੰਪੋਰਟੈਂਟ ਕੰਸੈਪਟ ਹੈ, ਕਨਫਿਊਜ਼ ਨਹੀਂ ਹੋਣਾ। ਤੁਹਾਨੂੰ ਪਤਾ ਹੈ ਕਿ ਸਾਡਾ ਡਿਪਾਰਟਮੈਂਟ ਪੈਸ ਯਾਨੀ ਕਿ ਪੰਜਾਬ ਅਚੀਵਮੈਂਟ ਸਰਵੇ ਟੈਸਟ ਕੰਡਕਟ ਕਰਾਉਣ ਜਾ ਰਿਹਾ ਹੈ। ਸੋ ਇਹ ਟੌਪਿਕਸ ਨੂੰ ਤੁਸੀਂ ਧਿਆਨ ਨਾਲ ਸਮਝਣਾ ਹੈ ਤਾਂ ਤੁਸੀਂ ਆਪਣੇ ਪੈਸ ਦੇ ਕੁਐਸਚਨਸ ਦੀ ਤਿਆਰੀ ਵੀ ਪੂਰੀ ਜੋਰਾਂ ਸ਼ੋਰਾਂ ਨਾਲ ਕਰਨੀ ਹੈ। ਪੈਸ ਦੇ ਕੁਐਸਚਨਸ ਤੁਹਾਨੂੰ ਪੰਜਾਬ ਐਜੂਕੇਅਰ ਐਪ ਦੇ ਉੱਪਰ ਈਜ਼ੀਲੀ ਉਪਲਬਧ ਹੋਣਗੇ। ਜਿੰਨੇ ਵੀ ਟੈਸਟ ਆ ਰਹੇ ਨੇ ਪੂਰੀ ਇਮਾਨਦਾਰੀ ਨਾਲ, ਪੂਰੇ ਜ਼ੋਰ ਨਾਲ ਆਪਣੀ ਉਹ ਟੈਸਟ ਕੰਡਕਟ ਕਰੋ ਅਤੇ ਪੈਸ ਦੇ ਵਿੱਚ ਤੁਸੀਂ ਆਪਣੇ ਜ਼ਿਲ੍ਹੇ ਨੂੰ ਮੋਹਰੀ ਬਣਾਉਣਾ ਹੈ ਔਰ ਸਾਰੇ ਕਨਸੈਪਟਸ ਚੰਗੀ ਤਰ੍ਹਾਂ ਸਮਝਣੇ ਨੇ। ਆਲ ਦਾ ਵੈਰੀ ਬੈਸਟ ਫॉर ਪੈਸ। ਥੈਂਕ ਯੂ। ਸਤਿ ਸ਼੍ਰੀ ਅਕਾਲ।